ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਸਾਡੇ ਸਿੱਖਾਂ ਦੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਸ਼ਹੀਦੀ ਪੁਰਬ ਹੈ ਤੇ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ, ਜਿਨ੍ਹਾਂ ਨੇ ਜ਼ੋਰ ਜ਼ਬਰਦਸਤੀ ਦੇ ਖਿਲਾਫ, ਜ਼ੁਲਮ ਦੇ ਖਿਲਾਫ ਇੱਕ ਸਟੈਂਡ ਲਿੱਤਾ ਸੀ। ਸਿਰਫ ਆਪਣੇ ਧਰਮ ਵਾਸਤੇ ਨਹੀਂ, ਸਿੱਖ ਧਰਮ ਵਾਸਤੇ ਨਹੀਂ, ਇਨਸਾਨੀਅਤ ਵਾਸਤੇ, ਹਰ ਧਰਮ ਵਾਸਤੇ ਉਹਨਾਂ ਨੇ ਆਪਣੀ ਸ਼ਹਾਦਤ ਦਿੱਤੀ। ਆਪਣੇ ਜਿਹੜੇ ਉਹਨਾਂ ਦੇ ਨਾਲ ਸਿੱਖ ਸਨ ਉਹਨਾਂ ਦੀ ਸ਼ਹਾਦਤ ਦਿੱਤੀ। ਤੇ ਪਰ ਅਜਿਹੀ ਵੀ ਬਹੁਤ ਸਾਰੇ ਹਜੇ ਵੀ ਸੰਗਤ ਹੈ, ਬਹੁਤ ਸਾਰੇ ਐਸੇ ਨਵੀਂ ਜਨਰੇਸ਼ਨ ਹੈ ਜਿਨ੍ਹਾਂ ਨੂੰ ਹਜੇ ਵੀ ਕਲੈਰਿਟੀ ਨਹੀਂ ਹੈ, ਨਹੀਂ ਪਤਾ ਕਿ ਕਿਉਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਤੇ ਕਿਸ ਤਰ੍ਹਾਂ ਉਹਨਾਂ ਨੇ ਸ਼ਹਾਦਤ ਦਿੱਤੀ ਤੇ ਕਿਉਂ ਦਿੱਤੀ। ਤੇ ਮੈਂ ਸੋਚਿਆ ਕਿ ਕਿਉਂ ਨਾ ਅੱਜ ਇੰਨੀ ਇੰਪੋਰਟੈਂਟ ਉਹਨਾਂ ਦੀ ਸ਼ਹਾਦਤ ਦਾ ਜਿਹੜਾ ਦਿਨ ਹੈ, ਉਸੇ ਦਿਨ 'ਤੇ ਮੈਂ ਇੱਕ ਛੋਟਾ ਜਿਹਾ ਵੀਡੀਓ ਬਣਾ ਰਹੀ ਹਾਂ। ਜੇ ਇਸ ਵਿੱਚ ਮੇਰੇ ਤੋਂ ਕੁਝ ਵੀ ਗਲਤ ਹੋ ਜਾਏ ਤਾਂ ਪਹਿਲਾਂ ਹੀ ਉਸਦੀ ਮਾफ़ੀ ਹੈ ਜੀ। ਆਪਣੇ ਵੱਲੋਂ ਮੈਂ ਇਸ ਨੂੰ ਬਹੁਤ ਹੀ ਸ਼ਾਰਟ ਪਰ ਬਹੁਤ ਹੀ ਅੱਛੀ ਤਰ੍ਹਾਂ ਉਸਨੂੰ ਐਕਸਪਲੇਨ ਕਰਾਂਗੀ ਤਾਂ ਕਿ ਜਿਹੜੇ ਨਹੀਂ ਵੀ ਸਿੱਖ ਧਰਮ ਨੂੰ ਬਿਲੋਂਗ ਕਰਦੇ ਉਹਨਾਂ ਨੂੰ ਵੀ ਪਤਾ ਚੱਲਣਾ ਚਾਹੀਦਾ ਹੈ ਕਿ ਸਾਡੇ ਗੁਰੂਆਂ ਨੇ ਕਿਉਂ ਆਪਣੀ ਸ਼ਹਾਦਤ ਦਿੱਤੀ ਸੀ ਤੇ ਉਸ ਦੇ ਪਿੱਛੇ ਕੀ ਰੀਜ਼ਨ ਸੀ। ਔਰੰਗਜ਼ੇਬ ਦਾ ਜ਼ੁਲਮ ਜਦ ਬਹੁਤ ਜ਼ਿਆਦਾ ਹੱਦ ਤੋਂ ਜ਼ਿਆਦਾ ਵੱਧ ਗਿਆ ਤੇ ਔਰੰਗਜ਼ੇਬ ਨੇ ਇਹ ਹੁਕਮ ਦੇ ਦਿੱਤਾ ਕਿ ਜਿੰਨੇ ਵੀ ਮੰਦਿਰ ਹਨ ਉਹਨਾਂ ਨੂੰ ਢਾਹ ਦਿੱਤਾ ਜਾਏ, ਤੋੜ ਦਿੱਤਾ ਜਾਏ ਤੇ ਉਸ ਦੀ ਜਗ੍ਹਾ 'ਤੇ ਉਸਨੇ ਮਸਜਿਦ ਬਣਾਉਣੇ ਸ਼ੁਰੂ ਕਰ ਦਿੱਤੇ। ਤੇ ਨਾਲ ਹੀ ਨਾਲ ਉਸਨੇ ਜ਼ੋਰ ਜ਼ਬਰਦਸਤੀ ਨਾਲ ਸਾਰਿਆਂ ਨੂੰ ਇਹ ਹੁਕਮ ਜਾਰੀ ਕਰ ਦਿੱਤਾ ਕਿ ਜਿੰਨੇ ਵੀ ਹਿੰਦੂ ਹਨ ਉਹ ਸਾਰੇ, ਜਿੰਨੇ ਪੰਡਿਤ ਹਨ ਉਹ ਮੌਲਵੀ ਬਣ ਜਾਣ, ਯਾਨੀ ਕਿ ਜਿੰਨੇ ਵੀ ਹਿੰਦੂ ਹਨ ਉਹ ਸਾਰੇ ਆਪਣਾ ਧਰਮ ਤਿਆਗ ਦੇਣ, ਧਰਮ ਛੱਡ ਦੇਣ ਤੇ ਮੁਸਲਮਾਨ ਬਣ ਜਾਣ। ਚਾਹੇ ਉਸ ਦੇ ਵਾਸਤੇ ਉਹਨੇ ਕਿਹਾ ਵੀ ਚਾਹੇ ਤੁਸੀਂ ਜ਼ੋਰ ਜ਼ਬਰਦਸਤੀ ਕਰੋ, ਚਾਹੇ ਤੁਸੀਂ ਉਹਨਾਂ ਨੂੰ ਪੈਸਾ ਦੇ ਕੇ ਮਨਾਓ, ਲਾਲਚ ਦੇ ਕੇ ਮਨਾਓ, ਜਿਸ ਤਰ੍ਹਾਂ ਵੀ ਤੁਸੀਂ ਉਹਨਾਂ ਦਾ ਜੋ ਧਰਮ ਹੈ ਉਹ ਪਰਿਵਰਤਨ ਕਰਨਾ ਹੈ, ਧਰਮ ਉਹਨਾਂ ਨੂੰ ਸਾਰਿਆਂ ਨੂੰ ਮੁਸਲਮਾਨ ਬਣਾਉਣਾ ਹੈ। ਇਹ ਔਰੰਗਜ਼ੇਬ ਨੇ ਇੱਕ ਜਾਰੀ ਕਰ ਦਿੱਤਾ, ਹੁਕਮ ਜਾਰੀ ਕਰ ਦਿੱਤਾ। ਤੇ ਜਿਹੜੇ ਪੰਡਿਤ ਸੀਗੇ, ਮੇਨਲੀ ਇਹ ਉਸਨੇ ਸ਼ੁਰੂ ਕੀਤਾ ਕਸ਼ਮੀਰ ਤੇ ਕਾਸ਼ੀ ਵਿੱਚ, ਕਿਉਂਕਿ ਸਭ ਤੋਂ ਜ਼ਿਆਦਾ ਜਿਹੜੇ ਪੰਡਿਤ ਹਨ ਉਹ ਕਸ਼ਮੀਰ ਤੇ ਕਾਸ਼ੀ ਵਿੱਚ ਹੀ ਸੀਗੇ। ਤੇ ਬਹੁਤ ਡਰ ਗਏ ਜਦ ਪੰਡਿਤ ਜਿਹੜੇ ਨਹੀਂ ਮੰਨਦੇ ਸੀ ਉਹਨਾਂ ਨੂੰ ਮੌਤ ਦਾ ਫਰਮਾਨ ਵੀ ਸੁਣਾ ਦਿੱਤਾ ਗਿਆ ਵੀ ਉਹਨਾਂ ਨੂੰ ਕਤਲ ਕਰ ਦਿੱਤਾ ਜਾਏ। ਤੇ ਬਹੁਤ ਸਾਰੇ ਪੰਡਿਤ, ਬਹੁਤ ਸਾਰੇ ਜਿਹੜੇ ਹਿੰਦੂ ਧਰਮ ਦੇ ਲੋਕ ਸਨ, ਉਹਨਾਂ ਨੇ ਅਮਰਨਾਥ ਦੀ ਗੁਫਾ ਵਿੱਚ ਜਾ ਕੇ ਸ਼ਰਨ ਲੈ ਲਿੱਤੀ ਤੇ ਉੱਥੇ ਜਾ ਕੇ ਉਹਨਾਂ ਨੇ ਮਤਲਬ ਆਪਣੇ ਵੱਲੋਂ ਕਿਸ ਤਰ੍ਹਾਂ ਉਸ ਤੋਂ ਬਚਣ, ਔਰੰਗਜ਼ੇਬ ਦੇ ਜ਼ੁਲਮ ਤੋਂ ਕਿਸ ਤੋਂ ਹੈਲਪ ਮੰਗਣ, ਇਸ ਦੇ ਬਾਰੇ ਉਹ ਸਾਰੇ ਇਕੱਠੇ ਹੋ ਕੇ ਸੋਚ ਰਹੇ। ਮੈਂ ਬਹੁਤ ਹੀ ਸਿੰਪਲ ਲੈਂਗੁਏਜ ਵਿੱਚ ਮਤਲਬ ਤੁਹਾਨੂੰ ਸਾਰਿਆਂ ਨੂੰ ਇਹ ਸ਼ਹਾਦਤ ਦੀ ਕਹਾਣੀ ਸੁਣਾ ਰਹੀ ਹਾਂ ਤੇ ਤਾਂ ਕਿ ਸਭ ਨੂੰ ਈਜ਼ੀਲੀ ਸਮਝ ਆ ਸਕੇ। ਤੇ ਜਿਹੜੇ ਉਹਨਾਂ ਦੇ ਹੈੱਡ ਸੀਗੇ, ਉਹਨਾਂ ਦਾ ਨਾਮ ਸੀਗਾ ਪੰਡਿਤ ਕਿਰਪਾ ਰਾਮ ਜੀ। ਉਹ ਉਹਨਾਂ ਨੂੰ ਸੁਪਨੇ ਵਿੱਚ ਆਉਂਦੇ ਆ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਧਰਮ ਬਚਿਆ ਰਹੇ, ਤੁਸੀਂ ਆਪਣੀ ਇਸ ਦੀ ਰੱਖਿਆ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਗੁਰੂ ਨਾਨਕ ਦੇ ਘਰ ਜਾਓ, ਉੱਥੇ ਜਾ ਕੇ ਹੀ ਤੁਹਾਨੂੰ ਹੈਲਪ ਮਿਲੇਗੀ, ਉੱਥੋਂ ਹੀ ਤੁਸੀਂ ਬਚ ਸਕਦੇ ਹੋ। ਤੇ ਉਹ ਆਪਣੇ ਨਾਲ ਹੋਰ ਜਿਹੜੇ ਵੀ ਉਹਨਾਂ ਦੇ ਸੀਗੇ ਪੰਡਿਤ ਸੀਗੇ, ਸਾਥੀ ਸੀਗੇ, ਉਹਨਾਂ ਨੂੰ ਲੈ ਕੇ, ਹਿੰਦੂ ਧਰਮ ਦੇ ਜਿੰਨੇ ਵੀ ਸੀਗੇ ਲੀਡਰ ਸੀਗੇ ਵੀ ਉਹਨਾਂ ਨੂੰ ਲੈ ਕੇ ਉਹ ਪਹੁੰਚਦੇ ਹੈ ਅੰਮ੍ਰਿਤਸਰ ਸਾਹਿਬ। ਤੇ ਉੱਥੇ ਉਹ ਪੁੱਛਦੇ ਹੈ ਵੀ ਕੌਣ ਤੁਹਾਡੇ ਗੁਰੂ ਸਾਹਿਬਾਨ ਕੌਣ ਹਨ, ਅਸੀਂ ਉਹਨਾਂ ਤੋਂ ਮਦਦ ਮੰਗਣ ਆਏ ਹਾਂ। ਤੇ ਉੱਥੇ ਉਹਨਾਂ ਨੂੰ ਪਤਾ ਚੱਲਦਾ ਹੈ ਕਿ ਹੁਣ ਗੁਰੂ ਨਾਨਕ ਦੇ ਘਰ ਦੇ 9ਵੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜੇ ਹਨ ਉਹ ਸ਼੍ਰੀ ਗੁਰੂ ਅਨੰਦਪੁਰ ਸਾਹਿਬ ਵਿੱਚ ਰਹਿੰਦੇ ਹਨ ਤੇ ਤੁਸੀਂ ਉੱਥੇ ਚਲੇ ਜਾਓ। ਉਹ ਆਪਣੇ ਸਾਰੇ ਸਾਥੀਆਂ ਨੂੰ ਲੈ ਕੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਕੋਲ ਪਹੁੰਚਦੇ ਹਨ। ਉੱਥੇ ਉਹਨਾਂ ਨੂੰ ਦੱਸਦੇ ਹਨ ਕਿ ਹਾਂ ਸਾਨੂੰ ਇਹ ਦਿੱਕਤ ਆ ਰਹੀ ਹੈ, ਸਾਨੂੰ ਮਾਰਿਆ ਜਾ ਰਿਹਾ ਹੈ, ਸਾਡੇ ਪਰਿਵਾਰਾਂ ਨੂੰ ਖਤਮ ਕਰ ਦਿੱਤਾ ਜਾ ਰਿਹਾ ਹੈ ਤੇ ਸਾਨੂੰ ਧਰਮ ਬਦਲਣ ਵਾਸਤੇ ਇਸ ਤਰ੍ਹਾਂ ਮਜਬੂਰ ਕੀਤਾ ਜਾ ਰਿਹਾ ਹੈ ਤੇ ਸਾਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ, ਤੁਸੀਂ ਸਾਡੀ ਹੈਲਪ ਕਰੋ। ਤੇ ਉਹ ਉਹਨਾਂ ਨੂੰ ਕਹਿੰਦੇ ਹਨ ਕਿ ਸਾਨੂੰ ਤੁਸੀਂ ਔਰੰਗਜ਼ੇਬ ਦੇ ਜ਼ੁਲਮ ਤੋਂ ਬਚਾਓ। ਤੇ ਕਹਿੰਦੇ ਬਾਹ ਹਮਾਰੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ। ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਹਨ ਕਿ ਚਾਹੇ ਮੈਨੂੰ ਆਪਣਾ ਸੀਸ ਵੀ ਦੇਣਾ ਪਏ, ਮੈਂ ਸੀਸ ਦੇ ਕੇ ਵੀ ਤੁਹਾਡੀ ਮਦਦ ਜ਼ਰੂਰ ਕਰਾਂਗਾ, ਪਰ ਤੁਸੀਂ ਵੀ ਜੋ ਤੁਸੀਂ ਨਿਸ਼ਚੈ ਕੀਤਾ ਹੈ ਉਸ 'ਤੇ ਹੀ ਰਹਿਣਾ ਵੀ ਜੇ ਮੈਂ ਹੁਣ ਤੁਹਾਡਾ ਸਾਥ ਦੇ ਰਿਹਾ ਹਾਂ ਤਾਂ ਤੁਸੀਂ ਵੀ ਆਪਣੇ ਧਰਮ 'ਤੇ ਪੱਕੇ ਰਹਿਣਾ ਹੈ। ਤੇ ਇਹ ਕਹਿ ਕੇ ਉਹਨਾਂ ਨੂੰ ਤਸੱਲੀ ਦੇ ਕੇ ਉਹਨਾਂ ਨੂੰ ਵਾਪਸ ਭੇਜ ਦਿੱਤਾ ਜਾਂਦਾ ਹੈ, ਕਸ਼ਮੀਰ ਵਾਪਸ ਭੇਜ ਦਿੱਤਾ ਜਾਂਦਾ ਉਹਨਾਂ ਨੂੰ। ਤੇ ਔਰੰਗਜ਼ੇਬ ਨੂੰ ਇੱਕ ਸੁਨੇਹਾ ਭੇਜਿਆ ਜਾਂਦਾ ਹੈ ਕਿ ਜੇ ਤੁਸੀਂ ਮੈਨੂੰ, ਯਾਨੀ ਕਿ ਗੁਰੂ ਤੇਗ ਬਹਾਦਰ ਜੀ ਨੂੰ ਤੁਸੀਂ ਧਰਮ ਪਰਿਵਰਤਨ ਲਈ ਮਨਾ ਲੈਂਦੇ ਹੋ
ਤਾਂ ਸਾਰੇ ਦੇ ਸਾਰੇ ਜਿੰਨੇ ਵੀ ਹੋਰ ਹੈਗੇ ਸਾਰੇ ਮੰਨ ਜਾਣਗੇ। ਪਰ ਜੇ ਤੁਸੀਂ ਮੈਨੂੰ ਨਾ ਮਨਾ ਸਕੇ ਧਰਮ ਪਰਿਵਰਤਨ ਵਾਸਤੇ, ਤਾਂ ਤੁਸੀਂ ਔਰੰਗਜ਼ੇਬ ਨੂੰ ਕਹਿੰਦੇ ਨੇ ਕਿ ਤੂੰ ਇਹ ਜ਼ੁਲਮ ਕਰਨਾ ਬੰਦ ਕਰ ਦੇਂਗਾ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਉਸ ਟਾਈਮ 'ਤੇ ਸਿਰਫ 9 ਸਾਲ ਦੀ ਸੀਗੀ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਿੱਲੀ ਪਹੁੰਚਦੇ ਹਨ ਤੇ ਉਹਨਾਂ ਨੂੰ, ਕਿਉਂਕਿ ਉਹ ਤਾਂ ਜਾਨੀ ਜਾਨ ਸੀ, ਉਹ ਸਭ ਕੁਝ ਜਾਣਦੇ ਸੀ ਪਹਿਲਾਂ ਹੀ, ਤੇ ਉਹ ਆਪਣੇ ਨਾਲ 6 ਸਿੱਖਾਂ ਨੂੰ ਲੈ ਕੇ ਗਏ ਤੇ ਭਾਈ ਜੈਤਾ ਜੀ ਨੂੰ ਉਹ ਕਹਿੰਦੇ ਹਨ ਕਿ ਮੇਰੇ ਜਿਹੜਾ ਸੀਸ ਹੈਗਾ ਉਸ ਨੂੰ ਲੈ ਕੇ ਤੂੰ ਹੀ ਆਏਗਾ। ਜੋ ਅਸੀਂ ਆਪਣੀ ਬਾਣੀ ਵਿੱਚ ਪੜ੍ਹਦੇ ਹਾਂ, ਜੋ ਅਸੀਂ ਆਪਣੀ ਸਿੱਖ ਹਿਸਟਰੀ ਵਿੱਚ ਪੜ੍ਹਿਆ ਹੈ, ਉਹ ਇਸ ਤਰ੍ਹਾਂ ਹੀ ਹੈ ਵੀ ਉਹਨਾਂ ਨੂੰ ਪਹਿਲਾਂ ਤੋਂ ਹੀ ਪਤਾ ਸੀ ਵੀ ਇਸ ਤਰ੍ਹਾਂ ਹੋਏਗਾ, ਮੇਰੀ ਸ਼ਹਾਦਤ ਹੋਏਗੀ। ਤੇ ਉਹਨਾਂ ਨੇ ਭਾਈ ਜੈਤਾ ਜੀ ਦੀ ਇਹ ਡਿਊਟੀ ਲਗਾ ਦਿੱਤੀ ਸੀਗੀ ਕਿ ਉਹਨਾਂ ਦਾ ਸੀਸ ਉਹੀ ਸੰਭਾਲਣਗੇ, ਉਸ ਨੂੰ ਇੱਜ਼ਤ ਮਾਨ ਨਾਲ ਵਾਪਸ ਅਨੰਦਪੁਰ ਸਾਹਿਬ ਲੈ ਕੇ ਆਣਗੇ। ਤੇ ਭਾਈ ਲੱਖਾ ਸਿੰਘ ਵਣਜਾਰਾ ਜਿਹੜੇ ਸੀਗੇ, ਉਹਨਾਂ ਦੀ ਡਿਊਟੀ ਸੀਗੀ ਉਹਨਾਂ ਦੇ ਸੀਸ ਨੂੰ ਸੰਭਾਲਣ ਦੀ। ਤੇ ਆਪਣੇ ਨਾਲ ਉਹ 3 ਸਿੱਖਾਂ ਨੂੰ ਲੈ ਕੇ ਗਏ ਸੀ ਔਰੰਗਜ਼ੇਬ ਦੇ ਦਰਬਾਰ ਵਿੱਚ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ। 1.5 ਦਿਨ ਕਹਿੰਦੇ ਹਨ ਜੀ ਕਿ ਉਹਨਾਂ ਨੂੰ ਜੇਲ੍ਹ ਵਿੱਚ ਰੱਖਿਆ ਗਿਆ, ਜਿਹੜੀ ਔਰੰਗਜ਼ੇਬ ਦੀ ਦਿੱਲੀ ਵਿੱਚ ਜੇਲ੍ਹ ਸੀ ਉਹਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸਿੱਖਾਂ ਦੇ ਨਾਲ। ਉਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਵਿੱਚ ਚਾਂਦਨੀ ਚੌਂਕ ਹੈ, ਉੱਥੇ ਉਹਨਾਂ ਨੂੰ ਲਿਆਇਆ ਗਿਆ। ਚਾਂਦਨੀ ਚੌਂਕ ਉਸ ਟਾਈਮ 'ਤੇ ਕਹਿੰਦੇ ਹਨ ਕਿ ਇੰਨਾ ਸੋਹਣਾ ਹੁੰਦਾ ਸੀਗਾ, ਜਦੋਂ ਔਰੰਗਜ਼ੇਬ ਦਾ ਉੱਥੇ ਮਹਿਲ ਬਣਿਆ ਹੋਇਆ ਸੀ, ਕਿਲਾ ਸੀ ਔਰੰਗਜ਼ੇਬ ਦਾ, ਤੇ ਉਹਦੀਆਂ ਜਿਹੜੀਆਂ ਰਾਣੀਆਂ ਹੁੰਦੀਆਂ ਸੀ ਉਹ ਸ਼ਾਮ ਵੇਲੇ ਉੱਥੇ ਇੰਨੇ ਦੀਵੇ ਜਲਦੇ ਸੀ, ਲਾਈਟ ਹੀ ਲਾਈਟ ਹੋ ਜਾਂਦੀ ਸੀ, ਇਸ ਲਈ ਉਸ ਚੌਂਕ ਨੂੰ ਚਾਂਦਨੀ ਚੌਂਕ ਕਿਹਾ ਜਾਂਦਾ ਸੀ। ਤੇ ਇਹ ਕਿਹਾ ਜਾਂਦਾ ਹੈ ਕਿ ਪਹਿਲਾਂ ਜਿਹੜੀ ਉੱਥੇ ਲਾਈਟ ਹੁੰਦੀ ਸੀ, ਰੋਸ਼ਨੀ ਹੁੰਦੀ ਸੀ ਜਿਹੜੀ, ਉਹ ਰੋਸ਼ਨੀ ਹੁੰਦੀ ਸੀਗੀ ਜੀ ਦੀਵਿਆਂ ਦੀ ਰੋਸ਼ਨੀ। ਤੇ ਜਿੰਨੀ ਉੱਥੇ ਲਾਈਟਾਂ ਲਗਾਈਆਂ ਜਾਂਦੀਆਂ ਸਨ, ਦੀਵੇ ਜਲਾ ਕੇ, ਮੋਮਬੱਤੀਆਂ ਜਲਾ ਕੇ ਜੋ ਰੋਸ਼ਨੀ ਕਰਦੇ ਸਨ, ਇੰਨੀ ਅਲੌਕਿਕ ਉਹ ਰੋਸ਼ਨੀ ਹੁੰਦੀ ਸੀ, ਉਹਨੂੰ ਦੇਖਣ ਲੋਕੀ ਆਉਂਦੇ ਸਨ। ਪਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਹੁਣ ਜਿਹੜੀ ਉੱਥੇ ਰੋਸ਼ਨੀ ਹੁੰਦੀ ਹੈ ਉਹ ਉਹਨਾਂ ਦੀ ਸ਼ਹਾਦਤ ਦੀ ਰੋਸ਼ਨੀ ਹੈ, ਇਹ ਗੱਲ ਮੰਨੀ ਜਾਂਦੀ ਹੈ। ਚਾਂਦਨੀ ਚੌਂਕ ਵਿੱਚ ਲਿਆਇਆ ਜਾਂਦਾ ਹੈ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਤੇ ਨਾਲ ਉਹਨਾਂ ਦੇ 3 ਸਿੱਖਾਂ ਨੂੰ। ਤੇ ਜਿਹੜੇ ਮੌਲਵੀ ਸਾਹਿਬ, ਜਿਹੜੇ ਕਾਜ਼ੀ ਹੁੰਦੇ ਹਨ, ਜਿਹੜੇ ਔਰੰਗਜ਼ੇਬ ਦੇ ਨਾਲ ਆਉਂਦੇ ਹਨ, ਉਹ ਕਹਿੰਦੇ ਹਨ ਕਿ ਜਿਹੜਾ ਗੁਰੂ ਹੈ ਇਸ ਨੂੰ ਡਰਾਉਣ ਵਾਸਤੇ ਅਸੀਂ ਪਹਿਲਾਂ ਜਿਹੜੇ ਇਹਦੇ ਨਾਲ ਇਹਦੇ 3 ਸਿੱਖ ਹਨ, ਅਸੀਂ ਪਹਿਲਾਂ ਇਹਨਾਂ ਨੂੰ ਆਪਣੇ ਵੱਲ ਕਰਨ ਦੀ ਕੋਸ਼ਿਸ਼ ਕਰਦੇ ਹਨ, ਨੀਤੀ ਖੇਡਣ ਦੀ ਕੋਸ਼ਿਸ਼ ਕਰਦੇ ਹਨ ਕਿ ਅਸੀਂ ਇਹਨਾਂ ਨੂੰ ਮਨਾਉਂਦੇ ਹਾਂ। ਤੇ ਸਭ ਤੋਂ ਪਹਿਲਾਂ ਉਹ ਜਾਂਦੇ ਹਨ ਭਾਈ ਮਤੀ ਦਾਸ ਜੀ ਕੋਲ ਤੇ ਉਹਨਾਂ ਨੂੰ ਜਾ ਕੇ ਕਹਿੰਦੇ ਹਨ ਕਿ ਤੈਨੂੰ ਅਸੀਂ ਸੋਨਾ ਦੇਂਗੇ, ਜ਼ਮੀਨ ਦੇ ਦਾਂਗੇ, ਜੋ ਤੂੰ ਕਹੇਂਗਾ, ਜਿਹੜਾ ਅਹੁਦਾ ਤੂੰ ਕਹੇਂਗਾ ਤੈਨੂੰ ਉਹ ਦੇਵਾਂਗੇ, ਤੇ ਤੂੰ ਆਪਣੇ ਧਰਮ ਨੂੰ ਬਦਲਣ ਵਾਸਤੇ ਮੰਨ ਜਾ। ਇੱਕ ਵਾਰੀ ਆਪਣੇ ਗੁਰੂ ਵੱਲ ਦੇਖ ਕੇ ਕਹਿ ਦੇ ਕਿ ਮੈਂ ਹੁਣ ਸਿੱਖੀ ਛੱਡ ਦਿੱਤੀ। ਤੇ ਮਤੀ ਦਾਸ ਜੀ ਜੋ ਗੁਰੂ ਦੇ ਸਿੱਖ ਸਨ, ਉਹ ਮਨਾ ਕਰ ਦਿੰਦੇ ਹਨ, ਸਾਫ਼ ਮਨਾ ਕਰ ਦਿੰਦੇ ਹਨ ਕਿ ਇਹ ਕਦੀ ਵੀ ਨਹੀਂ ਹੋ ਸਕਦਾ, ਮੈਂ ਆਪਣੀ ਜਾਨ ਦੇ ਦਾਂਗਾ ਪਰ ਇੱਦਾਂ ਕਦੀ ਵੀ ਨਹੀਂ ਕਰਾਂਗਾ। ਉਹਨਾਂ ਨੂੰ ਕੀ ਕੀਤਾ ਜਾਂਦਾ ਹੈ, ਉਹਨਾਂ ਨੂੰ ਫੱਟੇ 'ਤੇ ਲਿਟਾ ਕੇ, ਉਹਨਾਂ ਦੇ ਹੱਥ ਪੈਰ ਬੰਨ੍ਹ ਕੇ, ਉਹਨਾਂ ਨੂੰ ਆਰੇ ਨਾਲ ਉਹਨਾਂ ਦੀ ਬੋਡੀ ਨੂੰ ਚੀਰ ਦਿੱਤਾ ਜਾਂਦਾ ਹੈ, ਵਿੱਚੋਂ ਦੀ ਹਾਫ ਕਰ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਲਿਟਾ ਕੇ ਉਹਨਾਂ ਨੂੰ ਉੱਪਰੋਂ ਦੀ ਆਰਾ ਚਲਾ ਦਿੱਤਾ ਜਾਂਦਾ ਹੈ ਤੇ ਉਹਨਾਂ ਦੀ ਬੋਡੀ ਨੂੰ 2 ਹਿੱਸਿਆਂ ਵਿੱਚ ਕੱਟ ਦਿੱਤਾ ਜਾਂਦਾ ਹੈ। ਤੇ ਕਹਿੰਦੇ ਹਨ ਕਿ ਜਦੋਂ ਆਰਾ ਚੱਲ ਰਿਹਾ ਸੀ ਤੇ ਭਾਈ ਮਤੀ ਦਾਸ ਜੀ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕੀਤਾ ਤੇ ਜਦ ਤੱਕ ਉਹਨਾਂ ਦਾ ਸਰੀਰ ਅੱਧਾ ਕੱਟਦਾ ਗਿਆ, ਉਹ ਜਪਜੀ ਸਾਹਿਬ ਦਾ ਹੀ ਪਾਠ ਪੂਰਾ ਕਰਦੇ ਗਏ। ਤੇ ਜਦੋਂ ਉਹਨਾਂ ਦੇ ਪ੍ਰਾਣ ਨਿਕਲਣ ਵਾਲੇ ਸੀਗੇ ਤਾਂ ਉਹਨਾਂ ਦੇ ਆਖਰੀ ਸ਼ਬਦ ਜੋ ਉਹਨਾਂ ਦੇ ਮੂੰਹ ਚੋਂ ਨਿਕਲੇ ਸਨ, ਕਿ ਬਾਣੀ ਦੀ ਜਿਹੜੀਆਂ ਲਾਈਨ ਉਹਨਾਂ ਦੇ ਮੂੰਹ ਚੋਂ ਨਿਕਲੀਆਂ ਸਨ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਤੇ ਇਸ ਲਾਈਨ ਤੋਂ ਬਾਅਦ ਹੀ, ਇਸ ਤੁਕ ਤੋਂ ਬਾਅਦ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਗੁਰਸਿੱਖੀ ਪਾਣਾ ਮੰਨਿਆ, ਗੁਰਸਿੱਖਾਂ ਕੀ ਹਰ ਧੂੜ ਦੇ। ਇਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਜਦ ਦੂਰੋਂ ਉਹਨਾਂ ਨੂੰ ਦੇਖਿਆ ਤਾਂ ਉਹਨਾਂ ਨੇ ਉਹਦੇ ਵੱਲ ਹੱਥ ਜੋੜੇ, ਭਾਈ ਮਤੀ ਦਾਸ ਜੀ ਵੱਲ, ਉਹਨਾਂ ਦੇ ਸਰੀਰ ਵੱਲ ਦੇਖ ਕੇ ਹੱਥ ਜੋੜੇ ਤੇ ਕਿਹਾ, ਸ਼ਾਬਾਸ਼ ਸ਼ਾਬਾਸ਼ ਮੇਰੇ ਗੁਰਸਿੱਖਾਂ, ਗੁਰਸਿੱਖਾਂ ਪਾਣਾ ਮੰਨਿਆ, ਗੁਰਸਿੱਖਾਂ ਕੀ ਹਰ ਧੂੜ ਦੇ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਜੀ ਭਾਈ ਸਤੀ ਦਾਸ ਜੀ ਦੀ, ਤੇ ਉਹਨਾਂ ਨੂੰ ਰੂਹ ਵਿੱਚ ਲਪੇਟ ਕੇ, ਉਹਨਾਂ ਦੀ ਪੂਰੀ ਬੋਡੀ ਨੂੰ ਰੂਹ ਵਿੱਚ ਲਪੇਟ ਕੇ ਜਲਾ ਦਿੱਤਾ ਜਾਂਦਾ ਹੈ। ਪੂਰੀ ਬੋਡੀ ਨੂੰ ਅੱਗ ਵਿੱਚ
ਤੇ ਉਹਨਾਂ ਨੂੰ ਇਸ ਤਰ੍ਹਾਂ ਹੀ ਉਹਨਾਂ ਦੀ ਪੂਰੀ ਬੋਡੀ ਸਵਾਹ ਹੋ ਜਾਂਦੀ ਹੈ। ਤੀਸਰਾ ਉਹਨਾਂ ਨੇ ਜਿਹੜਾ ਕੀਤਾ, ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਡਰਾਉਣ ਵਾਸਤੇ ਉਹਨਾਂ ਨੇ ਭਾਈ ਦਿਆਲਾ ਜੀ ਦੀ ਵੀ ਸ਼ਹਾਦਤ ਇਸ ਤਰ੍ਹਾਂ ਕੀਤੀ। ਉਹਨਾਂ ਨੂੰ ਉਬਲਦੀ ਹੋਈ ਦੇਗ ਵਿੱਚ, ਪਾਣੀ ਦੀ ਉਬਲਦੀ ਦੇਗ ਵਿੱਚ ਉਹਨਾਂ ਨੂੰ ਬਿਠਾ ਦਿੱਤਾ, ਤੇ ਜਦ ਤੱਕ ਉਹਨਾਂ ਦਾ ਪੂਰਾ ਸਰੀਰ ਗਲ ਨਹੀਂ ਗਿਆ, ਪੂਰਾ ਸਰੀਰ ਗਲ ਗਿਆ ਉਹਨਾਂ ਦਾ, ਇੰਨੇ ਤਸੀਹੇ ਦਿੱਤੇ ਕਿ ਦੇਖ ਕੇ ਕਿਸੇ ਦੀ ਵੀ ਰੂਹ ਕੰਬ ਜਾਂਦੀ, ਸਿਰਫ ਤਾਂ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਕ ਵਾਰੀ ਕਹਿ ਦੇਣ ਕਿ ਠੀਕ ਹੈ, ਅਸੀਂ ਧਰਮ ਪਰਿਵਰਤਨ ਕਰਨ ਲਈ ਤਿਆਰ ਹਾਂ ਤੇ ਮੈਂ ਕਰਾਂਗਾ, ਮੇਰੇ ਨਾਲ ਹੀ ਪੂਰੇ ਹਿੰਦੁਸਤਾਨ ਦੇ ਲੋਕ ਵੀ ਧਰਮ ਪਰਿਵਰਤਨ ਕਰਨ ਲਈ ਮੰਨ ਜਾਣਗੇ। ਪਰ ਸਾਡੇ ਗੁਰੂ ਸਿੱਖ ਦੇਖੋ, ਗੁਰੂ ਦੇ ਸਿੱਖ ਦੇਖੋ, ਉਹ ਡੋਲੇ ਨਹੀਂ, ਡਰੇ ਨਹੀਂ, ਜਪਜੀ ਸਾਹਿਬ ਦਾ ਪਾਠ ਕਰਦੇ ਰਹੇ ਤੇ ਅੰਤ ਵਿੱਚ ਉਹਨਾਂ ਨੇ ਪ੍ਰਾਣ ਤਿਆਗਣ ਤੋਂ ਪਹਿਲਾਂ ਉਹਨਾਂ ਦੇ ਮੂੰਹ ਵਿੱਚ ਇਹੀ ਸ਼ਬਦ ਸਨ ਜਪਜੀ ਸਾਹਿਬ ਦੇ, ਜਤ ਪਹਾਰਾ ਤੀਰਥ ਸੁਨਿਆਰ, ਅਹਰਨ ਮਤ ਵੇਦ ਹਥਿਆਰ, ਭੌ ਖਲਾ ਅਗਨ ਤਪਤਾਓ, ਭਾਂਡਾ ਪਾਓ ਅੰਮ੍ਰਿਤ ਤਿਟਾਲ, ਕੜੀਏ ਸਬਦ ਸੱਚੀ ਟਕਸਾਲ, ਜਿਨਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਤੇ ਇਹ ਸ਼ਬਦ ਬੋਲਦੇ ਬੋਲਦੇ ਉਹਨਾਂ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਜਦੋਂ ਔਰੰਗਜ਼ੇਬ ਨੇ ਆਪਣੇ ਕਾਜ਼ੀ ਦੇ ਨਾਲ ਦੇਖਿਆ ਕਿ ਇੰਨੇ ਤਸੀਹੇ ਦੇਣ ਤੋਂ ਬਾਅਦ ਵੀ ਜੇ ਗੁਰੂ ਦੇ ਸਿੱਖ ਜਿਹੜੇ ਹਨ, ਜੇ ਉਹੀ ਨਹੀਂ ਮੰਨੇ ਤਾਂ ਗੁਰੂ ਕਿਸ ਤਰ੍ਹਾਂ ਮੰਨ ਜਾਏਗਾ। ਤੇ ਔਰੰਗਜ਼ੇਬ ਕਹਿੰਦਾ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਇਹ ਗੁਰੂ ਮੰਨੇਗਾ, ਤੇ ਸਾਨੂੰ ਕੀ ਕਰਨਾ ਚਾਹੀਦਾ ਹੈ। ਤੇ ਕਾਜ਼ੀ ਸਾਹਿਬ ਕਹਿੰਦੇ ਹਨ ਕਿ ਮੈਨੂੰ ਇੱਕ ਮੌਕਾ ਦਿਓ, ਮੈਂ ਇੱਕ ਵਾਰੀ ਗੁਰੂ ਸਾਹਿਬਾਨ ਨਾਲ ਗੱਲ ਕਰਕੇ ਆਉਂਦਾ। ਨੀਤੀ ਖੇਡਦੇ ਹਨ ਤੇ ਕਹਿੰਦੇ ਹਨ ਕਿ ਤੁਹਾਡੇ ਪਹਿਲੇ ਗੁਰੂ ਨਾਨਕ ਦੇਵ ਜੀ ਨੇ ਧਾਗਾ ਬੰਨਣ ਤੋਂ, ਜਿਹੜੇ ਪੰਡਿਤ ਬੰਦੇ ਹਨ ਇਸ ਤਰ੍ਹਾਂ ਇੱਕ ਜਨੇਊ ਧਾਰਨ ਕਰਦੇ ਹਨ, ਉਹ ਜਨੇਊ ਧਾਰਨ ਕਰਨ ਤੋਂ ਉਹਨਾਂ ਨੇ ਮਨਾ ਕਰ ਦਿੱਤਾ ਸੀ। ਤੇ ਅੱਜ ਤੁਸੀਂ 9ਵੇਂ ਗੁਰੂ ਉਸ ਜਨੇਊ ਖਾਤਰ ਆਪਣੀ ਸ਼ਹਾਦਤ ਦੇਣ ਲਈ ਤਿਆਰ ਹੋ ਗਏ ਹੋ। ਤੁਹਾਡੇ ਸਿੱਖ, ਉਹਨਾਂ ਦੀ ਤੁਸੀਂ 3 ਸਿੱਖਾਂ ਦੀ ਸ਼ਹਾਦਤ ਦੇ ਦਿੱਤੀ। ਕੈਸਾ ਧਰਮ ਹੈ ਤੁਹਾਡਾ, ਕੈਸੀ ਸਿੱਖੀ ਹੈ। ਪਹਿਲਾ ਗੁਰੂ ਕਹਿੰਦਾ ਹੈ ਕਿ ਮੈਂ ਜਨੇਊ ਧਾਰਨ ਨਹੀਂ ਕਰਨਾ, ਮੈਂ ਜਨੇਊ ਪਾਉਣ ਤੋਂ ਮਨਾ ਕਰਦਾ, ਮੈਂ ਇਸ ਵਿੱਚ ਵਿਸ਼ਵਾਸ ਨਹੀਂ ਕਰਦਾ, ਤੇ 9ਵਾਂ ਗੁਰੂ ਆ ਕੇ ਉਸੇ ਜਨੇਊ ਦੀ ਰੱਖਿਆ ਕਰਨ ਪਿੱਛੇ ਸ਼ਹਾਦਤ ਦੇ ਰਿਹਾ। ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਮੁਸਕਰਾਉਂਦੇ ਹਨ ਤੇ ਕਹਿੰਦੇ ਹਨ, ਗੱਲ ਉਸ ਟਾਈਮ ਜਨੇਊ ਦੀ ਨਹੀਂ ਸੀ, ਗੱਲ ਅੱਜ ਵੀ ਜਨੇਊ ਦੀ ਨਹੀਂ ਹੈ। ਗੱਲ ਸਿਰਫ ਇੰਨੀ ਹੈ ਕਿ ਤਦ ਜ਼ਬਰਦਸਤੀ ਜਨੇਊ ਧਾਰਨ ਕਰਵਾਇਆ ਜਾ ਰਿਹਾ ਸੀ ਗੁਰੂ ਨਾਨਕ ਦੇਵ ਜੀ ਨੂੰ, ਤੇ ਉਹਨਾਂ ਨੇ ਤਦ ਵੀ ਜ਼ੋਰ ਜ਼ਬਰਦਸਤੀ ਦੇ ਖਿਲਾਫ ਬੋਲਿਆ ਸੀ, ਖਿਲਾਫ ਮਨਾ ਕੀਤਾ ਸੀ। ਤੇ ਅੱਜ ਤੁਸੀਂ ਜ਼ੋਰ ਜ਼ਬਰਦਸਤੀ ਨਾਲ ਉਹ ਜਨੇਊ ਉਤਰਵਾ ਰਹੇ ਹੋ, ਤੇ ਅਸੀਂ ਸਿਰਫ ਉਸ ਜ਼ਬਰਦਸਤੀ, ਉਸ ਜ਼ੁਲਮ ਦੇ ਖਿਲਾਫ ਹਾਂ। ਤਦ ਜ਼ਬਰਦਸਤੀ ਪਾਉਣ ਦੇ ਖਿਲਾਫ ਸੀ, ਹੁਣ ਜ਼ਬਰਦਸਤੀ ਉਤਰਵਾਉਣ ਦੇ ਅਸੀਂ ਖਿਲਾਫ ਹੈ। ਕਿ ਅਸੀਂ ਕਿਸੇ ਵੀ ਧਰਮ ਦੇ ਖਿਲਾਫ ਨਹੀਂ ਹੈ, ਸਾਰੇ ਧਰਮ ਸਾਡੇ ਵਾਸਤੇ ਬਰਾਬਰ ਹਨ, ਪਰ ਜਿੱਥੇ ਜ਼ੋਰ ਜ਼ਬਰਦਸਤੀ ਜ਼ੁਲਮ ਹੋਏਗਾ, ਜ਼ਬਰਦਸਤੀ ਤੁਸੀਂ ਧਰਮ ਵਾਸਤੇ ਕਰੋਗੇ, ਧਰਮ ਵਾਸਤੇ ਜ਼ਬਰਦਸਤੀ ਕਰੋਗੇ, ਅਸੀਂ ਉੱਥੇ ਸਟੈਂਡ ਲੈਂਦੇ ਹਾਂ। ਤੇ ਇਹ ਸਿਰਫ ਮੈਂ ਹਿੰਦੂ ਧਰਮ ਵਾਸਤੇ ਨਹੀਂ, ਜੇ ਤੁਹਾਡੇ ਇਸਲਾਮ ਧਰਮ ਨੂੰ ਵੀ ਕਿਸੇ ਹੋਰ ਧਰਮ ਤੋਂ ਖਤਰਾ ਹੁੰਦਾ, ਤੁਹਾਡੇ ਇਸਲਾਮ ਧਰਮ ਵਿੱਚ ਵੀ ਕੋਈ ਤੁਹਾਨੂੰ ਜ਼ਬਰਦਸਤੀ ਤੁਹਾਡੇ ਨਾਲ ਕਰ ਰਿਹਾ ਹੁੰਦਾ, ਕੋਈ ਤੁਹਾਡੇ ਨਾਲ ਜ਼ੁਲਮ ਕਰ ਰਿਹਾ ਹੁੰਦਾ, ਤਾਂ ਮੈਂ ਗੁਰੂ ਤੇਗ ਬਹਾਦਰ, ਮੈਂ ਤੁਹਾਡੇ ਨਾਲ ਇਸ ਤਰ੍ਹਾਂ ਹੀ ਖੜਾ ਹੁੰਦਾ, ਆਪਣੇ ਸਿੰਘਾਂ ਨੂੰ ਲੈ ਕੇ, ਆਪਣੇ ਸਿੱਖਾਂ ਨੂੰ ਲੈ ਕੇ, ਮੈਂ ਤਦ ਵੀ ਤੁਹਾਡੇ ਨਾਲ ਇਸ ਤਰ੍ਹਾਂ ਹੀ ਖੜੇ ਹੋਣਾ ਸੀ। ਇਹ ਸੁਣ ਕੇ ਕਾਜ਼ੀ ਚੁੱਪ ਹੋ ਜਾਂਦਾ ਹੈ ਤੇ ਫਤਵਾ ਜਾਰੀ ਕਰ ਦਿੰਦਾ ਹੈ, ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੂੰ ਉਹਨਾਂ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ ਜਾਂਦਾ ਹੈ। ਤੇ ਇਹ ਦੇਖ ਕੇ ਉੱਥੇ ਹਫੜਾ ਦਫੜੀ ਮਚ ਜਾਂਦੀ ਹੈ ਚਾਂਦਨੀ ਚੌਂਕ ਵਿੱਚ, ਜਿੰਨੇ ਵੀ ਲੋਕ ਉੱਥੇ ਇਕੱਠੇ ਹੋਏ ਹੁੰਦੇ ਹਨ, ਜਿੰਨੇ ਵੀ ਗੁਰਸਿੱਖ ਇਕੱਠੇ ਹੋਏ ਹੁੰਦੇ ਹਨ। ਤੇ ਉਸ ਹਫੜਾ ਦਫੜੀ ਦੇ ਮਾਹੌਲ ਵਿੱਚ ਹੀ ਭਾਈ ਲੱਖਾ ਸਿੰਘ ਵਣਜਾਰਾ, ਉਹਨਾਂ ਦਾ ਸੀਸ, ਉਹਨਾਂ ਦਾ ਧੜ ਜਿਹੜਾ ਹੁੰਦਾ ਹੈ, ਉਹ ਭਾਈ ਲੱਖਾ ਸਿੰਘ ਵਣਜਾਰਾ ਉਹ ਲੈ ਕੇ ਆਪਣੇ ਘਰ ਚਲੇ ਜਾਂਦੇ ਹਨ। ਤੇ ਜਿਹੜਾ ਉਹਨਾਂ ਦਾ ਸੀਸ ਹੁੰਦਾ ਹੈ, ਉਸਨੂੰ ਭਾਈ ਜੈਤਾ ਜੀ ਇੱਕ ਕੱਪੜੇ ਵਿੱਚ ਲਪੇਟ ਕੇ ਫਟਾਫਟ ਆਪਣੇ ਸੀਨੇ ਨਾਲ ਲਗਾ ਕੇ ਤੇ ਉੱਥੋਂ ਦੀ ਅਨੰਦਪੁਰ ਸਾਹਿਬ ਵਾਸਤੇ ਦਿੱਲੀ ਤੋਂ ਨਿਕਲ ਜਾਂਦੇ ਹਨ। ਤੇ ਲੱਖਾ ਸਿੰਘ ਵਣਜਾਰਾ ਦਾ ਘਰ ਉੱਥੇ ਹੀ ਹੁੰਦਾ ਹੈ, ਦਿੱਲੀ ਵਿੱਚ ਹੀ ਹੁੰਦਾ ਹੈ, ਤੇ ਉਹ ਫਟਾਫਟ ਆਪਣੇ ਘਰ ਗੁਰੂ ਤੇਗ ਬਹਾਦਰ ਜੀ ਦਾ ਸੀਸ ਧੜ ਲੈ ਕੇ ਜਾਂਦੇ ਹਨ। ਤੇ ਜਾ ਕੇ ਆਪਣੇ ਘਰ ਜਿੰਨੇ ਵੀ ਉਹਦੇ ਕੀਮਤੀ ਵਸਤਰ, ਕੀਮਤੀ ਕੱਪੜੇ ਹੁੰਦੇ ਹਨ, ਉਸ ਦੇ ਨਾਲ ਉਹਨਾਂ ਨੂੰ ਢੱਕ ਕੇ ਤੇ ਆਪਣੇ ਹੀ ਘਰ ਨੂੰ ਅੱਗ ਲਗਾ ਦਿੰਦਾ ਹੈ, ਕਿਉਂਕਿ ਉਹਦਾ ਸੰਸਕਾਰ, ਉਹਨਾਂ ਦੇ ਸੰਸਕਾਰ ਕਰਨ ਦੀ ਇਜਾਜ਼ਤ ਤਾਂ ਹੈ ਹੀ ਨਹੀਂ ਹੈ, ਤਾਂ ਕਿਸ ਤਰ੍ਹਾਂ ਕਰਨਗੇ ਸੰਸਕਾਰ। ਤੇ ਉਹਨਾਂ ਨੂੰ
ਕੀਮਤੀ ਕੱਪੜਿਆਂ ਵਿੱਚ ਸਾਰੇ ਘਰ ਨੂੰ ਅੱਗ ਲਗਾ ਦਿੰਦਾ ਹੈ ਤੇ ਆਪਣੇ ਬੱਚਿਆਂ ਸਮੇਤ ਆਪਣੀ ਵਾਈਫ ਸਮੇਤ ਉਹ ਘਰ ਦੇ ਬਾਹਰ ਖੜਾ ਹੁੰਦਾ ਹੈ ਤੇ ਰੋ ਰਿਹਾ ਹੁੰਦਾ ਹੈ। ਤੇ ਲੋਕੀ ਕਹਿੰਦੇ ਕਿ ਲੱਖਿਆ ਤੂੰ ਆਵਾਜ਼ ਲਗਾ, ਕਿਸੇ ਨੂੰ ਮਦਦ ਵਾਸਤੇ ਬੁਲਾ, ਤੇਰਾ ਘਰ ਜਲ ਰਿਹਾ ਹੈ, ਤੂੰ ਆਪਣੇ ਘਰ ਨੂੰ ਬਚਾ। ਪਰ ਉਹਨਾਂ ਨੂੰ ਕੀ ਪਤਾ ਹੁੰਦਾ ਹੈ ਕਿ ਲੱਖਾ ਸ਼ਾਹ ਵਣਜਾਰਾ ਘਰ ਦੇ ਜਲਨ ਨਾਲ ਨਹੀਂ, ਆਪਣੇ ਗੁਰੂ ਦੇ ਜਾਨ ਨਾਲ ਦੁਖੀ ਹੋ ਰਿਹਾ ਹੁੰਦਾ ਹੈ। ਤੇ ਜਿਸ ਜਗ੍ਹਾ ਤੇ ਲੱਖਾ ਸ਼ਾਹ ਵਣਜਾਰਾ ਜੀ ਨੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ ਧੜ ਦਾ ਸੰਸਕਾਰ ਕੀਤਾ ਸੀ ਆਪਣਾ ਘਰ ਜਲਾ ਕੇ, ਅੱਜ ਉੱਥੇ ਲੱਖਾਂ ਦੀ ਗਿਣਤੀ ਵਿੱਚ ਲੋਕੀ ਆਉਂਦੇ ਹਨ ਤੇ ਉਸ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਦਾ ਨਾਮ ਦਿੱਤਾ ਗਿਆ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਆ ਕੇ ਉੱਥੇ ਮੱਥਾ ਟੇਕਦੇ ਹਨ। ਦੂਸਰੇ ਪਾਸੇ ਭਾਈ ਜੈਤਾ ਜੀ ਉਹਨਾਂ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਵੱਲ ਨਿਕਲ ਜਾਂਦੇ ਹਨ ਤੇ ਰਸਤੇ ਵਿੱਚ ਇੱਕ ਜਗ੍ਹਾ ਤੇ ਉਹ ਰੁਕੇ। ਇੱਕ ਛੋਟੀ ਜਿਹੀ ਇਸ ਦੇ ਨਾਲ ਵੀ ਇੱਕ ਕਥਾ ਹੈਗੀ ਜਿਹੜੀ ਮੈਂ ਤੁਹਾਡੇ ਸਾਰਿਆਂ ਨਾਲ ਜ਼ਰੂਰ ਸ਼ੇਅਰ ਕਰਨਾ ਚਾਹੁੰਦੀ ਹਾਂ ਕਿ ਜਦੋਂ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਵੱਲ ਜਾ ਰਹੇ ਸੀ ਤਾਂ ਉਹ 3 ਦਿਨ ਚੱਲਦੇ ਰਹੇ, ਇੰਨਾ ਥੱਕ ਗਏ। ਰਸਤੇ ਵਿੱਚ ਇੱਕ ਨਦੀ ਦੇ ਕਿਨਾਰੇ ਰੁਕ ਕੇ ਉਹ ਥੋੜ੍ਹਾ ਜਿਹਾ ਆਰਾਮ ਕਰਦੇ ਹਨ ਤੇ ਉੱਥੇ ਇੱਕ ਧੋਬੀ ਹੁੰਦਾ ਹੈ। ਉਹ ਧੋਬੀ ਦੇਖਦਾ ਹੈ ਕਿ ਇਹ ਬਹੁਤ ਜ਼ਿਆਦਾ ਥੱਕੇ ਹੋਏ ਹਨ, ਕੋਈ ਮੁਸਾਫਿਰ ਲੱਗ ਰਿਹਾ ਤੇ ਉਹ ਮੁਸਾਫਿਰ ਕੋਲ ਜਾਂਦੇ ਹਨ ਤੇ ਉਹਨੂੰ ਪੁੱਛਦੇ ਹਨ, ਜਿਹੜਾ ਧੋਬੀ ਹੁੰਦਾ ਉਹਨੂੰ ਪੁੱਛਦਾ ਹੈ ਵੀ ਤੁਸੀਂ ਬਹੁਤ ਥੱਕੇ ਲੱਗ ਰਹੇ ਹੋ, ਚਲੋ ਆਓ ਮੈਂ ਤੁਹਾਨੂੰ ਆਪਣੇ ਘਰ ਲੈ ਜਾਂਦਾ, ਤੁਸੀਂ ਥੋੜ੍ਹੀ ਦੇਰ ਉੱਥੇ ਆਰਾਮ ਕਰੋ, ਜਲ ਪਾਨ ਛਕੋ, ਪ੍ਰਸ਼ਾਦਾ ਛਕੋ ਤੇ ਫਿਰ ਤੁਸੀਂ ਅੱਗੇ ਚਲੇ ਜਾਣਾ। ਤੇ ਦੇਖੋ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਕਿ ਗੁਰੂ ਆਪਣੇ ਸਿੱਖਾਂ ਦੀ, ਆਪਣੇ ਭਗਤਾਂ ਦੀ ਆਪ ਹੀ ਨੇੜੇ ਹੋ ਕੇ ਸੁਣਦੇ ਹਨ ਤੇ ਇਹ ਕੋਈ ਆਮ ਧੋਬੀ ਨਹੀਂ ਹੁੰਦਾ। ਇਹ ਉਹ ਧੋਬੀ ਹੁੰਦਾ ਹੈ ਜਦੋਂ ਪੰਡਿਤ ਕਿਰਪਾ ਰਾਮ ਜੀ ਆਪਣੀ ਲੈ ਕੇ ਦਰਖਾਸਤ ਲੈ ਕੇ, ਆਪਣੀ ਮਿੰਨਤ ਲੈ ਕੇ ਜਦੋਂ ਜਾਂਦੇ ਹਨ ਗੁਰੂ ਤੇਗ ਬਹਾਦਰ ਜੀ ਕੋਲ ਕਿ ਸਾਨੂੰ ਔਰੰਗਜ਼ੇਬ ਦੇ ਜ਼ੁਲਮ ਤੋਂ ਬਚਾਓ, ਤੇ ਉਸ ਟਾਈਮ 'ਤੇ ਧੋਬੀ ਵੀ ਹੁੰਦਾ ਉੱਥੇ। ਤਾਂ ਧੋਬੀ ਕਹਿੰਦੇ ਕਿ ਆਪਣੇ ਦਿਲ ਵਿੱਚ ਅਰਦਾਸ ਕਰਦਾ ਕਿ ਇਹ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਜਦੋਂ ਕਦੀ ਤੁਸੀਂ ਇੱਧਰੋਂ ਦੀ ਨਿਕਲੋ, ਇਸ ਰਸਤੇ ਤੋਂ ਤੁਸੀਂ ਨਿਕਲੋ ਦਿੱਲੀ ਜਾਣ ਵਾਸਤੇ ਜਾਂ ਵਾਪਸ ਆਓ, ਤਾਂ ਮੈਨੂੰ ਇੱਕ ਵਾਰੀ ਦਰਸ਼ਨ ਜ਼ਰੂਰ ਦੇਣਾ। ਤੇ ਕਹਿੰਦੇ ਆ ਕਿ ਜਿਹੜੇ ਗੁਰੂ ਹੁੰਦੇ ਨਾ ਉਹ ਆਪਣੇ ਭਗਤਾਂ ਦੀ ਬੜੀ ਨੇੜੇ ਹੋ ਕੇ ਸੁਣਦੇ ਆ, ਬੜੀ ਦਿਲੋਂ ਜਿਹੜੀ ਅਰਦਾਸ ਕੀਤੀ ਜਾਂਦੀ ਉਹ ਬੜੀ ਨੇੜੇ ਹੋ ਕੇ ਸੁਣੀ ਜਾਂਦੀ ਹੈ। ਤੇ ਦੇਖੋ ਪਰਮਾਤਮਾ ਨੇ, ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਨੂੰ ਦਰਸ਼ਨ ਦੇਣੇ ਸੀ ਤੇ ਕਿਸ ਰੂਪ ਵਿੱਚ ਆ ਕੇ ਦਰਸ਼ਨ ਦਿੱਤੇ। ਤੇ ਜਦੋਂ ਉਹਨਾਂ ਦੇ ਘਰ ਜਾਂਦੇ ਹਨ ਭਾਈ ਜੈਤਾ ਜੀ, ਉਹਦੇ ਘਰ ਜਾਂਦੇ ਹਨ ਤੇ ਉਹਨੂੰ ਬਿਸਤਰੇ 'ਤੇ ਬਿਠਾਉਂਦੇ ਆ ਕਿ ਤੁਸੀਂ ਇੱਥੇ ਬੈਠੋ ਤੇ ਵਿਸ਼ਰਾਮ ਕਰੋ, ਆਰਾਮ ਕਰੋ। ਪ੍ਰਸ਼ਾਦਾ ਛਕਾਉਣ ਲੱਗਦੇ ਆ ਤਾਂ ਦੇਖਦੇ ਹਨ ਕਿ ਉਹ ਜਿਹੜਾ ਉਹਨਾਂ ਨੇ ਕੱਪੜੇ ਵਿੱਚ ਲਪੇਟਿਆ ਹੁੰਦਾ, ਸੀਸ ਲਪੇਟਿਆ ਹੁੰਦਾ, ਉਸਨੂੰ ਤਾਂ ਬੈੱਡ ਦੇ ਉੱਪਰ ਰੱਖਦੇ ਹਨ, ਆਪ ਉਹ ਥੱਲੇ ਬੈਠਦੇ ਹਨ। ਤੇ ਉਹ ਧੋਬੀ ਪੁੱਛਦਾ ਕਿ ਭਾਈ ਜੀ ਇਹਦੇ ਵਿੱਚ ਤੁਸੀਂ ਐਸੀ ਕੀ ਕੀਮਤੀ ਚੀਜ਼ ਰੱਖੀ ਹੈ ਕਿ ਤੁਸੀਂ ਇਹਨੂੰ ਉੱਪਰ ਰੱਖਿਆ, ਆਪ ਤੁਸੀਂ ਥੱਲੇ ਬੈਠੇ ਹੋ ਪ੍ਰਸ਼ਾਦਾ ਛਕਣ ਲਈ। ਤੇ ਉਹ ਕਹਿੰਦੇ ਕਿ ਤੂੰ ਦੇਖਣਾ ਚਾਹੁੰਦਾ ਕਿ ਇਹਦੇ ਵਿੱਚ ਕੀ ਕੀਮਤੀ ਚੀਜ਼ ਹੈ। ਤੇ ਜਦੋਂ ਉਹ ਕੱਪੜਾ ਹਟਾਉਂਦੇ ਹਨ ਉਹ ਦੇਖਦੇ ਹਨ ਕਿ ਉਸ ਵਿੱਚ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦਾ ਸੀਸ ਹੁੰਦਾ ਹੈ। ਤੇ ਉਹ ਇੱਕਦਮ ਵਿਰਾਗ ਵਿੱਚ ਆ ਜਾਂਦਾ ਹੈ, ਬਹੁਤ ਰੋਂਦਾ ਹੈ। ਤੇ ਕਹਿੰਦੇ ਹਨ ਕਿ ਉਹ 2 ਜਿਹੜੀਆਂ ਘੜੀਆਂ ਸੀ ਉਹ ਉੱਥੇ ਹੀ ਉਹਨਾਂ ਨੇ ਆਰਾਮ ਕੀਤਾ ਭਾਈ ਜੈਤਾ ਜੀ ਨੇ, ਤੇ ਪੂਰੀ ਰਾਤ ਜਿਹੜੀ ਉੱਥੇ ਉਹ ਰਹੇ, ਉਹਨਾਂ ਦਾ ਸੀਸ ਉੱਥੇ ਰਿਹਾ ਗੁਰੂ ਤੇਗ ਬਹਾਦਰ ਜੀ ਮਹਾਰਾਜ ਦਾ। ਤੇ ਜਿਹੜਾ ਧੋਬੀ ਸੀ ਉਸਨੇ ਔਰ ਉਸਦੀ ਵਾਈਫ ਨੇ ਕੱਪੜੇ ਦੀਆਂ ਲੀਰਾਂ ਬਣਾ ਕੇ ਚੌੜ ਸਾਹਿਬ ਬਣਾਈ ਤੇ ਪੂਰੀ ਰਾਤ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਚੌੜ ਸਾਹਿਬ ਕਰਦੇ ਰਹੇ। ਤੇ ਅੱਜ ਵੀ ਕਹਿੰਦੇ ਉੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿੱਥੇ 24 ਘੰਟੇ ਚੌੜ ਸਾਹਿਬ ਕੀਤੀ ਜਾਂਦੀ ਹੈ। ਭਾਈ ਜੈਤਾ ਜੀ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚਦੇ ਹਨ ਤੇ ਉੱਥੇ ਜਾ ਕੇ ਪੂਰੀ ਮਾਨ ਮਰਿਆਦਾ ਨਾਲ ਜਦੋਂ ਕਲਗੀਆਂ ਵਾਲੇ ਕੋਲ ਪਹੁੰਚਦੇ ਹਨ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕੋਲ, ਤੇ ਪੂਰੀ ਮਾਨ ਮਰਿਆਦਾ ਨਾਲ ਉਹਨਾਂ ਦਾ ਉੱਥੇ ਸੰਸਕਾਰ ਕੀਤਾ ਜਾਂਦਾ ਉਹਨਾਂ ਦੇ ਸੀਸ ਦਾ। ਤੇ ਜਿਸ ਜਗ੍ਹਾ ਤੇ ਅਨੰਦਪੁਰ ਸਾਹਿਬ ਵਿੱਚ ਉਹਨਾਂ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਉਸ ਨੂੰ ਸੀਸਗੰਜ ਸਾਹਿਬ ਕਿਹਾ ਜਾਂਦਾ ਹੈ। ਇਸ ਤਰ੍ਹਾਂ 2 ਸੀਸਗੰਜ ਸਾਹਿਬ ਹਨ। ਇੱਕ ਸੀਸਗੰਜ ਸਾਹਿਬ ਦਿੱਲੀ ਚਾਂਦਨੀ ਚੌਂਕ ਵਿੱਚ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ, ਤੇ ਇੱਕ ਸੀਸਗੰਜ ਸਾਹਿਬ ਅਨੰਦਪੁਰ ਸਾਹਿਬ ਵਿੱਚ ਜਿੱਥੇ ਉਹਨਾਂ ਦਾ ਸੰਸਕਾਰ ਕੀਤਾ ਗਿਆ ਤੇ ਜਿੱਥੇ ਉਹਨਾਂ ਦੇ ਕੇਸਾਂ ਸਮੇਤ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਸੀਸ ਦਾ। ਉਸ ਤਖਤ ਨੂੰ ਸ਼੍ਰੀ ਕੇਸਗੜ੍ਹ ਸਾਹਿਬ ਕਿਹਾ ਜਾਂਦਾ ਹੈ, ਜਿੱਥੇ ਅੱਜ ਵੀ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਲੋਕ ਸੰਗਤ ਜਿਹੜੀ ਹੈ ਉਹ ਦਰਸ਼ਨ ਕਰਨ ਆਉਂਦੀ ਹੈ। ਇਹ ਸਾਡੇ 9ਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਸ਼ਹਾਦਤ ਦੀ ਕਥਾ ਮੈਂ ਤੁਹਾਡੇ ਸਾਰਿਆਂ ਨਾਲ ਜ਼ਰੂਰ ਸਾਂਝੀ ਕਰਨਾ ਚਾਹੁੰਦੀ ਸੀ
ਕਿ ਸਿਰਫ ਉਹਨਾਂ ਨੇ ਆਪਣੇ ਸਿੱਖ ਧਰਮ ਲਈ ਨਹੀਂ, ਉਹਨਾਂ ਨੇ ਇਨਸਾਨੀਅਤ ਲਈ ਜ਼ੋਰ ਜ਼ਬਰਦਸਤੀ ਜ਼ੁਲਮ ਦੇ ਖਿਲਾਫ ਉਹਨਾਂ ਨੇ ਸ਼ਹਾਦਤ ਦਿੱਤੀ ਸੀ, ਉਸ ਦੇ ਖਿਲਾਫ ਉਹਨਾਂ ਨੇ ਇੱਕ ਜੰਗ ਲੜੀ ਸੀ। ਇਹ ਆਪਣੇ ਗੁਰੂ ਜੀ ਦੀ ਸ਼ਹਾਦਤ ਦਾ ਸ਼ੁਕਰਾਨਾ ਬਾਣੀ ਨਾਲ ਜੁੜ ਕੇ, ਚੰਗੇ ਇਨਸਾਨ ਬਣ ਕੇ, ਲੋੜਵੰਦਾਂ ਦੀ ਮਦਦ ਕਰਕੇ, ਕੋਈ ਵੀ ਨੀਡੀ ਹੈ ਉਸ ਦੀ ਹੈਲਪ ਕਰਕੇ, ਆਪਣੇ ਬੱਚਿਆਂ ਨੂੰ ਬਾਣੀ ਨਾਲ ਜੋੜ ਕੇ, ਉਹਨਾਂ ਨੂੰ ਸਿੱਖੀ ਨਾਲ ਜੋੜ ਕੇ ਸੱਚੇ ਪਾਤਸ਼ਾਹ ਦਾ ਸ਼ੁਕਰਾਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।